सलामकुम। वालेकुम सलाम जी। हाजी साहब कैसे मिजाज, ठीक हो? दुआवा भाई मनीष दुआवा। ਤੇ ਹਾਈ ਸਾਹਿਬ ਮੌਜੂਦਾ ਸਿਆਸੀ ਸੂਰਤ ਹਾਲ ਤੇ ਕੀ ਤੁਹਾਡਾ ਮੌਕਫ ਹੈ? ਤੁਸੀਂ ਸਮਝਦੇ ਹੋ ਕਿ ਕਿਆ ਇਮਰਾਨ ਖਾਨ ਦੀ ਹੁਕੂਮਤ ਜਿਹੜੀ ਹੈ ਉਹ ਅਮਰੀਕਾ ਨੇ ਹਟਾਈ ਹੈ, ਉਹਦੀ ਵਜ਼ਾਰਤ ਉਜ਼ਮਾ ਤੋਂ ਉਹਨੂੰ ਹਟਾਇਆ ਜੀ ਅੱਜ ਪੂਰਾ ਸਾਰਾ ਕੁਝ ਅੱਜ ਪੂਰੀ ਦੁਨੀਆ ਨੇ ਵੇਖ ਲਿਆ ਮਨੀਰ ਭਾਈ। ਜੀ ਜੀ ਪੂਰੀ ਦੁਨੀਆ ਨੇ ਅਮਰੀਕਨ ਉਹਦਾ ਇੰਟਰਵਿਊ ਦੇਖਿਆ ਨਹੀਂ, ਜੇ ਉਹਦੇ ਇੰਟਰਵਿਊ ਵਿੱਚ ਉਹਨੇ ਐਕਸੈਪਟ ਕਰ ਲਿਆ ਜੀ ਜੀ ਜਾਣ ਬੁੱਝ ਕੇ ਅਸੀਂ ਸਿਰਫ ਇਮਰਾਨ ਖਾਨ ਨੂੰ ਇਸ ਵਜ੍ਹਾ ਤੋਂ ਹਟਾਇਆ ਹੈ ਕਿ ਇਮਰਾਨ ਖਾਨ ਨੇ ਯੂਕਰਾਈਨ ਦਾ ਸਾਥ ਨਹੀਂ ਦਿੱਤਾ। ਜੀ ਵੇਖੋ ਨਾ, ਇਮਰਾਨ ਖਾਨ ਵੀ ਰਾਈਟ ਤੇ ਸੀ, ਕਿਵੇਂ ਸਾਥ ਦਈਏ? ਇਹਨਾਂ ਨੇ ਕਸ਼ਮੀਰ ਦੇ ਮੌਜੂ ਤੇ ਕੋਈ ਸਾਡਾ ਸਾਥ ਦਿੱਤਾ ਯੂਰਪ ਨੇ? ਅੱਲਾਹੁ ਅਕਬਰ, ਬੜੀ ਗੱਲ ਬਿਲਕੁਲ ਠੀਕ ਹੈ। ਜੇ ਤੇ ਇਹਨਾਂ ਨੇ ਕਸ਼ਮੀਰ ਵਾਰੀ ਇੰਡੀਆ ਨੂੰ ਖੱਤ ਲਿਖੇ ਨੇ ਅਸੀਂ ਵੀ ਲਿਖ ਦਿੰਦੇ। ਜੀ ਜੀ ਤੇ ਰਸ਼ੀਆ ਦੇ ਨਾਲ ਤੁਹਾਨੂੰ ਪਤਾ ਹੀ ਹੈ ਜਾਣਾ ਸਾਡੇ ਹੱਕ 'ਚ ਬਿਹਤਰ ਸੀ, ਸਾਨੂੰ ਤੇਲ ਸਸਤਾ ਮਿਲਣਾ ਸੀ, ਗੰਦਮ ਜਿਹੜੀ ਅਸੀਂ ਆਸਟ੍ਰੇਲੀਆ ਤੋਂ ਐਡੀ ਮਹਿੰਗੀ ਲੈਂਦੇ ਹਾਂ ਸਾਨੂੰ ਸਸਤੀ ਮਿਲਣੀ ਸੀ। ਜੀ ਜੀ ਬਿਲਕੁਲ ਮੁਲਕ ਦਾ ਫਾਇਦਾ ਹੀ ਫਾਇਦਾ ਸੀ। ਹੁਣ ਵੇਖ ਲਓ ਪੂਰੀ ਦੁਨੀਆ ਨੇ, ਸਾਰੀ ਦੁਨੀਆ ਨੇ ਵੇਖ ਲਿਆ, ਲੇਕਿਨ ਸਾਡੀਆਂ ਅਦਾਲਤਾਂ ਤੇ ਸਾਰਾ ਕੁਛ, ਸਾਰੇ ਅਦਾਰੇ ਨੰਗੇ ਹੋ ਗਏ ਨੇ, ਸਾਰਾ ਕੁਛ ਵੇਖ ਲਿਆ ਤੁਸੀਂ। ਅੱਛਾ ਜੀ ਸਾਹਿਬ, ਦੂਸਰਾ ਸਵਾਲ ਇਹ ਵੇ ਕਿ ਇਮਰਾਨ ਖਾਨ ਆਖਦਾ ਹੈ ਇਯਾਕਾ ਨਅਬੁਦੁ व इय्याका नस्तईन, ਜੀ ਜੀ, ਤੇ ਸ਼ਹਿਬਾਜ਼ ਸ਼ਰੀਫ ਆਖਦਾ ਹੈ ਕਿ ਅਮਰੀਕਾ ਸਾਡੀ ਰੋਟੀ ਬੰਦ ਕਰ ਦੇਗਾ। ਉਹ ਤਾਂ ਵੇਖੋ ਨਾ ਜੀ, ਈਮਾਨ ਦੀ ਕਮਜ਼ੋਰੀ ਹੈ ਨਾ ਜੀ। ਜੀ ਜੀ ਅੱਛਾ ਰਹੀ ਜੀ, ਅੱਜ ਤਾਂ ਨਹੀਂ ਕਹਿਣ ਲੱਗੇ, ਜਦੋਂ ਖਾਨ ਨੇ ਸਟਾਰਟ ਕੀਤੀ ਸੀ ਨਾ ਆਪਣੀ ਪਾਰਟੀ 1996 ਦੇ ਵਿੱਚ, ਜੀ ਜੀ ਉਹਨਾਂ ਦੇ ਪਹਿਲੇ ਦਿਨ ਤੋਂ ਲਫ਼ਜ਼ ਹੀ ਇਹ ਵੇ ਇਯ्याका नअबुदु व इय्याका नस्तईन। ਬਿਲਕੁਲ ਠੀਕ ਹੈ। ਤੇ ਬਾਕੀ ਸਾਰੀ ਦੁਨੀਆ ਨੇ ਵੇਖ ਲਿਆ ਇਸਲਾਮ ਵਾਸਤੇ ਕਿੰਨੀ ਕੁ ਤਵੱਜੋ ਕੀਤੀ ਉਹਨੇ। ਅੱਛਾ ਜੀ ਸਾਹਿਬ, ਇਹ ਵੀ ਸਵਾਲ ਹੈ ਕਿ ਉਹ ਜਿਹੜਾ ਮੁਫਤਾ ਇਸਮਾਈਲ ਹੈ ਉਹਨੇ ਜਾ ਕੇ ਤੇ ਉੱਥੇ ਯੂਰਪ ਵਿੱਚ ਬਹਿ ਕੇ ਆਖਿਆ ਕਿ ਇਮਰਾਨ ਖਾਨ ਜਿਹੜਾ ਉਹ ਪੱਕਾ ਕਟਰ ਮੁਸਲਮਾਨ ਹੈ, ਉੱਥੇ ਉਹ ਕੁਰਾਨੀ ਆਯਾਤ ਪੜ੍ਹਦਾ ਹੈ, ਤੇ ਇੱਥੇ ਆਉਂਦੇ ਨੇ ਯਹੂਦੀ ਏਜੰਟ ਹੈ। ਇਹ ਵੇਖੋ ਮਨੀਰ ਭਾਈ, ਸਾਰੀ ਦੁਨੀਆ ਨੇ ਵੇਖਿਆ ਕਿ ਜਿਹੜੀ ਨੂਨ ਲੀਗ ਜਮਾਤ ਹੈ ਨਾ, ਜੀ ਜੀ, ਉਹ ਸ਼ੁਰੂ ਤੋਂ ਹੀ, ਅੱਜ ਤੋਂ ਨਹੀਂ, 1988 ਦੇ ਵਿੱਚ ਜਦੋਂ ਵਜ਼ੀਰ ਆਲਾ ਬਣੇ ਸੀ ਨਾ ਨਵਾਜ਼ ਸ਼ਰੀਫ ਸਾਹਿਬ, ਜੀ ਜੀ, ਉਦੋਂ ਅਲਾਮਾ ਸਾਹਿਬ ਨੇ ਇਹਦੇ ਖਿਲਾਫ, ਅਲਾਮਾ ਅਹਿਸਾਨ ਅਲੀ ਜ਼ੇਦ ਸਾਹਿਬ ਦੀ ਤਕਰੀਰ ਸੁਣ ਲਵੋ, ਜੀ ਜੀ, ਉਹਨਾਂ ਨੇ ਉਦੋਂ ਹੀ ਇਹਨਾਂ ਨੂੰ ਆਖਿਆ ਸੀ ਕਿ ਤੁਸੀਂ ਯਹੂਦ ਏਜੰਟ ਹੋ ਮਰਜ਼ਈਆਂ ਦੇ। ਬਿਲਕੁਲ ਠੀਕ ਹੈ। ਇਹਨਾਂ ਨੇ ਉਹਨਾਂ ਨੂੰ ਨਹੀਂ ਸਨ ਖਰੀਦ ਪਾਏ। ਆਖਰ 23 ਮਾਰਚ ਵਾਲੇ ਦਿਨ ਇਹਨਾਂ ਨੇ ਬੰਬ ਧਮਾਕਾ ਕਰਕੇ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ। ਅੱਲਾਹ, ਯਾਨੀ ਕਿ ਔਰ ਅਲਾਮਾ ਤਾਹਿਰ ਅਸ਼ਰਫੀ ਦੇ ਲਾਸਟ ਤੁਸੀਂ ਬਿਆਨ ਵੇਖ ਲਵੋ ਕਿ ਜੇ ਹਿਸਾਬ ਹੋਣਗੇ ਤੇ ਫਿਰ ਅਲਾਮਾ ਖਾਨ ਲਈ ਜ਼ਹੀਦ ਦੇ ਖੂਨ ਤੋਂ ਸ਼ੁਰੂ ਹੋਣਗੇ। ਬਿਲਕੁਲ ਠੀਕ ਹੋ। ਔਰ ਹੁਣ ਵੀ ਤੁਸੀਂ ਵੇਖ ਲਵੋ, ਪਿੱਛੇ ਖਵਾਜਾ ਆਸਫ ਸਾਹਿਬ ਗਏ ਸਨ ਆਪਣੇ ਦੌਰ ਵਿੱਚ, ਤੇ ਉਦੋਂ ਵੀ ਉਹਨਾਂ ਨੇ ਉੱਥੇ ਇਹੋ ਹੀ ਆਖਿਆ ਸੀ ਕਿ ਅਸੀਂ ਲਿਬਰਲ ਤੇ ਇਮਰਾਨ ਖਾਨ ਇਸਲਾਮੀ ਹੈ। ਜੀ ਜੀ, ਇਸੇ ਤਰ੍ਹਾਂ ਹੁਣ ਵੀ ਮਿਫਤਾ ਇਸਮਾਈਲ ਨੇ ਵੀ ਉੱਥੇ ਵੇਖੋ ਕੁਰਾਨੇ ਪਾਕ ਦੀ ਤੋਹੀਨ ਕੀਤੀ। ਮੈਂ ਪਿੱਛੇ ਮਸਜਿਦ ਨਬਵੀ ਦੇ ਮੌਜੂ ਦੇ ਵਿੱਚ ਨਾ ਲੋਕਾਂ ਦੇ ਥੱਲੇ ਕਮੈਂਟ ਇਹੋ ਹੀ ਕਰਦਾ ਰਿਹਾ ਜੀ ਕਿ ਜੋ ਹੋਇਆ ਸਿਰਫ ਸਾਡੇ ਉਲਮਾ ਦੀ ਵਜ੍ਹਾ ਤੋਂ ਹੋਇਆ। ਜੀ ਜੀ, ਅਗਰ ਸਾਡੇ ਉਲਮਾ ਲੋਕਾਂ ਨੂੰ ਦੱਸਦੇ ਕਿ ਕੁਰਾਨ ਦੀ ਤੋਹੀਨ ਕੀਤੀ ਗਈ ਹੈ, ਜੀ ਜੀ, ਇਹਨਾਂ ਦੇ ਖਿਲਾਫ ਮਹਾਜ਼ ਖੁੱਲਦਾ ਇੱਥੇ ਮੁਲਕ ਦੇ ਵਿੱਚ, ਤੇ ਕਦੀ ਵੀ ਕੁਛ ਨਹੀਂ ਸੀ ਹੋਣਾ। ਜੀ ਇਸੇ ਤਰ੍ਹਾਂ ਹੀ ਲੋਕਾਂ ਨੂੰ ਦੀਨ ਤੇ ਸਾਡੇ ਲੋਕ ਦੱਸਦੇ ਹੀ ਨਹੀਂ ਪਏ। ਵੇਖੋ ਨਾ, ਸਿਰਫ ਸੀਟਾਂ ਵਾਸਤੇ, ਪੈਸਿਆਂ ਵਾਸਤੇ ਸਾਰੇ ਉਲਮਾ ਨੂਨ ਲੀਗ ਦੀ ਧਰਤੀ ਚੁੱਕੀ ਫਿਰਦੇ ਨੇ। ਕਿਸੇ ਬੰਦੇ ਨੇ ਨਹੀਂ ਕਿਹਾ ਕਿ ਵੀ ਉਹਨੇ ਤੋਹੀਨ ਕੀਤੀ, ਉਹ ਤਾਂ ਪੂਰੀ ਤੋਹੀਨ ਕੀਤੀ ਕੁਰਾਨੇ ਪਾਕ ਦੀ ਆਇਤ ਦੀ। ਜੀ ਜੀ, ਅੱਛਾ ਭਾਈ ਸਾਹਿਬ, ਇਹਦੇ 'ਚ ਇਹ ਵੀ ਹੈ ਕਿ ਇਹ ਵੀ ਦੱਸੋ ਕਿ ਨਵਾਜ਼ ਸ਼ਰੀਫ ਨੇ ਇਹ ਕਿਹਾ ਸੀ ਇੰਡੀਆ 'ਚ ਜਾ ਕੇ ਕਿ ਅੱਲਾ ਤੇ ਭਗਵਾਨ ਇੱਕ ਨੇ, ਔਰ ਇਹਦੇ ਨਾਲ ਜਿਹੜਾ ਕੈਦੀਆਨੀਆਂ ਨੂੰ ਆਪਣਾ ਭਾਈ ਵੀ ਕਿਹਾ। ਔਰ ਤੁਸੀਂ ਕਿਵੇਂ ਵੇਖਦੇ ਹੋ ਇਮਰਾਨ ਖਾਨ ਤੇ ਨਵਾਜ਼ ਸ਼ਰੀਫ ਦਾ ਤਕਾਬਲ ਕਿਵੇਂ ਕੀਤਾ ਜਾ ਸਕਦਾ? ਤਕਾਬਲ ਹੈ ਹੀ ਨਹੀਂ। ਤੁਸੀਂ ਉਹਨਾਂ ਨੂੰ ਤਾਂ ਦੀਨ ਦਾ ਪਤਾ ਹੀ ਨਹੀਂ ਹੈ। ਤੁਸੀਂ ਅੰਦਾਜ਼ਾ ਲਾ ਲਓ, ਖਾਲੀ ਇੱਕ ਦਫਾ ਹੀ ਨਹੀਂ, ਰਾਣਾ ਸਨਾਉल्लाह ਦੇ ਬਿਆਨ ਪੜ੍ਹ ਲਓ, ਉਹ ਆਂਦਾ ਹੈ ਕਿ ਮਰਜ਼ਈ ਮੁਸਲਮਾਨ ਹੀ ਨੇ, ਸਿਰਫ ਐਵੇਂ ਥੋੜਾ ਜਿਹਾ ਫਰਕ ਹੈ। ਅੱਲਾਹੁ ਅਕਬਰ। ਔਰ ਇੱਥੋਂ ਤੱਕ ਉਹਨੇ ਆਖਿਆ, ਉਹਨੇ ਕਹਾ ਜੀ ਨਵਾਜ਼ ਸ਼ਰੀਫ ਦਾ ਇਸਤਕਬਾਲ ਕਰਨਾ ਇੰਜ ਜਿਵੇਂ ਹੱਜ ਤੋਂ ਵੱਡਾ ਸਵਾਬ ਹੈ। ਜੀ ਜੀ, ਤੌਬਾ ਅਸਤਗਫਿਰੁੱਲਾਹ। ਇਹਨਾਂ ਨੂੰ ਨਾ ਦੀਨ ਦਾ ਪਤਾ ਹੈ। ਇਹਨਾਂ ਨੇ ਤਾਂ ਗੱਦਾਰੀਆਂ ਕੀਤੀਆਂ ਨੇ ਮੁਲਕ ਦੇ ਨਾਲ, ਤੁਸੀਂ ਸਾਰੀਆਂ ਦੇਖੀਆਂ ਨੇ ਆਪਣੀਆਂ ਅੱਖਾਂ ਦੇ ਨਾਲ। ਮੁਲਕ ਨਾਲ ਔਰ ਇਸਲਾਮ ਨਾਲ ਵੀ। ਹਾਂਜੀ, ਹੁਣ ਤੱਕ ਅਸੀਂ ਮੁੰਬਈ ਦੇ ਅਟੈਕਾਂ ਦਾ ਜਵਾਬ ਤਾਂ ਦਿੰਦੇ ਹਾਂ ਵਰਲਡ ਕੋਰਟ ਦੇ ਵਿੱਚ, ਕਿ ਸਾਨੂੰ ਉੱਥੇ ਜਵਾਬ ਹੀ ਨਹੀਂ ਆਉਂਦਾ। ਉਹ ਆਉਂਦੇ ਨੇ ਤੁਹਾਡੇ ਵਜ਼ੀਰ ਆਜ਼ਮ ਨੇ ਐਕਸੈਪਟ ਕੀਤਾ ਕਿ ਮੁੰਬਈ ਹਮਲੇ ਤੁਸੀਂ ਕੀਤੇ। ਜੀ ਜੀ, ਜਦਕਿ ਉਹਨਾਂ ਨੇ ਸਾਡਾ ਲਿੰਕ ਹੀ ਨਹੀਂ ਗਾ। ਔਰ ਇਸੇ ਨਵਾਜ਼ ਸ਼ਰੀਫ ਨੇ ਇੰਡੀਆ ਜਾ ਕੇ ਆਖਿਆ ਕਾਰਗਿਲ ਦੀ ਜੰਗ ਦੇ ਬਾਰੇ, ਜੀ ਪਾਕਿਸਤਾਨੀ ਫੌਜ ਨੇ ਇੰਡੀਆ ਦੀ ਪੁਸ਼ਤ ਤੇ ਛੁਰਾ ਖੋਪਿਆ। ਤੁਸੀਂ ਸਾਡੀ ਮੁਲਕ ਦੀ ਬੇਹਿੱਸੀ ਵੇਖੋ ਕਿ ਮੁੰਬਈ ਅਟੈਕ ਦੇ ਜਿਹੜੇ ਪਰਚਾ ਉਹ ਗੁਜਰਾਂਵਾਲੇ ਥਾਣੇ 'ਚ ਹੋਇਆ ਹੈ। ਜੀ, ਔਰ ਇਹਦੇ 'ਚ ਇਹ ਵੀ ਭਾਈ ਸਾਹਿਬ ਇਹ ਵੇ ਕਿ ਉਹਨੂੰ ਸਾਊਦੀ ਅਰਬ ਦੀ ਹਕੂਮਤ ਨੇ ਉਹਦੇ 'ਤੇ ਜਿਹੜਾ ਮੌਕਫ ਦਿੱਤਾ ਹੈ, ਮੈਂ ਖੁਦ ਪੜ੍ਹਿਆ, ਉਹਨਾਂ ਕਿਹਾ ਜੀ 33 ਮੁਸਲਿਮ ਮਮਾਲਕ ਦੇ ਲੋਕਾਂ ਨੇ
ਨਫ਼ਰਤ ਦਾ ਇਜ਼ਹਾਰ ਕੀਤਾ ਹੈ ਆਪਣੇ ਵਤਨ ਦੇ ਇੱਕ ਮੁੰਤਖਬ ਵਜ਼ੀਰ ਆਜ਼ਮ ਦੇ ਨਾਲ, ਔਰ ਇਹ ਕੋਈ ਤੋਹੀਨ ਨਹੀਂ ਗਿਣੀ ਗਈ। ਔਰ ਜਿੱਥੇ ਉਹ ਇਹ ਵਾਕਿਆ ਹੋਇਆ ਉੱਥੇ ਥੱਲੇ ਸਾਰੀਆਂ ਲੈਟਰੀਨਾਂ ਨੇ, ਔਰ ਉੱਤੇ ਗੱਡੀਆਂ ਵੀ ਖਲੋਂਦੀਆਂ ਨੇ, ਲੋਕ ਬੈਠ ਕੇ ਖਾਣਾ ਵੀ ਖਾਂਦੇ ਨੇ, ਮਸਜਿਦ ਤੋਂ ਬਾਹਰ ਹੈ, ਮਸਜਿਦ ਦੇ ਹਾਦਸੇ ਤੋਂ ਬਾਹਰ ਹੈ, ਜੁੱਤੀ ਪਾ ਕੇ ਵੀ ਫਿਰਦੇ ਨੇ ਸਾਰੇ ਮਾਮਲੇ। ਦੇਖੋ ਨਾ ਜੀ, ਅਸੀਂ ਮੁਸਲਮਾਨ ਆ, ਸਾਡਾ ਈਮਾਨ ਹੈ, ਸਰਕਾਰ ਤੇ ਵੇਖੋ ਨਾ ਜੀ, ਇਸ ਕਾਇਨਾਤ ਦੇ ਮਾਲਕ ਨੇ, ਅਸੀਂ ਤੇ ਕਿਸੇ ਵਲੀ ਅੱਲਾ ਦੀ ਮਤਲਬ ਇਹ ਦਰਗਾਹ ਤੇ ਜਾ ਕੇ ਕਦੀ ਉੱਚੇ ਨਹੀਂ ਬੋਲੇ। ਜੀ ਜੀ, ਇਸੇ ਤਰ੍ਹਾਂ ਕੋਈ ਸ਼ੱਕ ਨਹੀਂ ਹੈ। ਔਰ ਇਮਰਾਨ ਖਾਨ ਨੇ ਵੀ ਖੁਦ ਵੀ ਇਹਦੀ ਮੁਜ਼ੰਮਤ ਕੀਤੀ ਹੈ। ਹਾਂਜੀ, ਉਹਨੇ ਮੁਜ਼ੰਮਤ। ਇਹ ਪੀਟੀਆਈ ਦੇ ਲੋਕ ਸਨ ਜਾਂ ਆਵਾਮ ਦੇ ਵਿੱਚ ਗੁੱਸਾ ਪਾਇਆ ਜਾਂਦਾ ਹੈ? ਨਹੀਂ, ਇਹ ਮਨੀਰ ਭਾਈ ਮੈਂ ਤੁਹਾਨੂੰ ਜਵਾਬ ਪਹਿਲੇ ਦਿੱਤਾ ਹੈ ਕਿ ਇਹ ਸਾਡੇ ਉਲਮਾ ਦੀ ਵਜ੍ਹਾ ਤੋਂ ਨਾ, ਜੀ ਜੀ, ਉਹ ਸਾਡੇ ਉਲਮਾ ਨੇ ਜਦੋਂ ਕੁਰਾਨ ਦੀ ਤੋਹੀਨ ਵਾਦਿਆ ਨਹੀਂ ਨਾ ਕੀਤੀ, ਜੀ ਜੀ, ਤੇ ਫਿਰ ਜ਼ਾਹਿਰ ਲੋਕ ਫਿਰ ਆਪਣੀਆਂ ਮਰਜ਼ੀਆਂ ਕਰਨ ਲੱਗ ਪੈਂਦੇ। ਜੀ ਜੀ, ਯਾਨੀ ਕਿ ਲੋਕਾਂ ਦੀ ਤਰਬੀਅਤ ਹੀ ਨਹੀਂ ਹੋਈ ਹੈ। ਹਾਂਜੀ, ਤਰਬੀਅਤ ਨਹੀਂ ਹੋਈ। ਇਹਨਾਂ ਦਾ ਕੰਮ ਸੀ, ਜਦੋਂ ਉਹਨੇ ਮਿਫਤਾ ਇਸਮਾਈਲ ਨੇ ਤੋਹੀਨ ਕੀਤੀ ਹੈ, ख्वाजा ਆਸਫ ਨੇ ਕੀਤੀ, ਇਹਨਾਂ ਦਾ ਕੰਮ ਸੀ ਪੂਰੀ ਦੁਨੀਆ ਨੂੰ ਦੱਸਦੇ ਕਿ ਵੀ ਇਹਨੇ ਜ਼ਿਆਦਤੀ ਕੀਤੀ ਇਸਲਾਮ ਦੇ ਨਾਲ। ਲੋਕ ਖੁਸ਼, ਲੋਕਾਂ ਦੀ ਕੀ ਜ਼ਰੂਰਤ ਸੀ ਲੋਕ ਕੋਈ ਕਦਮ ਚੁੱਕਦੇ? ਜਦੋਂ ਉਲਮਾ ਅੱਗੇ ਨਹੀਂ ਆਣਗੇ ਤੇ ਫਿਰ ਜ਼ਾਹਿਰ ਹੈ ਫਿਰ ਲੋਕ ਜੋ ਜਿੰਨਾ ਨੂੰ ਕਿਸੇ ਨੂੰ ਪਤਾ ਉਹਨਾਂ ਕੰਮ ਕਰ ਲਏਗਾ। ਅੱਛਾ ਜੀ ਸਾਹਿਬ, ਇਹ ਵੀ ਦੱਸੋ ਕਿ ਜਿਸ ਥਾਣੇ 'ਚ ਇਮਰਾਨ ਖਾਨ ਦੇ ਖਿਲਾਫ ਇੱਕ ਝੂਠੀ FIR ਦਿੱਤੀ ਗਈ ਫੈਸਲਾਬਾਦ, ਹਾਂਜੀ ਫੈਸਲਾਬਾਦ, ਉਹਨੂੰ ਕੱਲ ਦਾ ਲੋਕਾਂ ਨੇ ਘੇਰਾ ਪਾਇਆ ਔਰ ਉਹਦੇ ਅੰਦਰ ਹਾਂਜੀ ਅੱਜ ਵੀ ਮਾਸ਼ਾਅੱਲਾ ਉੱਤੇ ਜੀ ਆਵਾਮ ਦਾਖਲ ਹੋ ਗਈ ਹੈ। ਸਾਡੇ ਦੋਸਤ ਵੀ 5-7 ਦੋਸਤ ਵੀ ਗਏ ਸਨ। ਅੱਛਾ, ਦੱਸ ਰਹੇ ਸਨ ਕਿ 500 ਤੋਂ 700 ਬੰਦਾ ਉੱਥੇ ਥਾਣੇ ਦੇ ਬਾਹਰ ਅੰਦਰ ਇਹਦੇ ਅੰਦਰ ਵੀ ਲੋਕ ਗਏ ਚਲੇ ਨੇ, ਉਹਨਾਂ ਕਹੀ ਸਾਨੂੰ ਅਰੈਸਟ ਕਰ ਲਓ ਜੀ। ਇਸੇ ਤਰ੍ਹਾਂ ਹੀ ਤੇ ਇਹ ਕਦੀ ਵੀ ਨਹੀਂ ਇਨਸ਼ਾਅੱਲਾ ਇਮਰਾਨ ਖਾਨ ਦਾ ਵਾਲ ਨਹੀਂ ਭੀਗਾ ਕਰ ਸਕਦੇ, ਕਿਉਂਕਿ ਉਹਦੇ ਨਾਲ ਵੇਖੋ ਨਾ ਕਿਹੜੀਆਂ ਹਸਤੀਆਂ ਨੇ ਜਿਨ੍ਹਾਂ ਨਾਲ ਇਹ ਕਿਵੇਂ ਹੋ ਸਕਦਾ ਕਿ ਅੱਲਾ ਦੇ ਰਸੂਲ ਦੇ ਨਾਲ ਪਿਆਰ ਕੀਤਾ ਜਾਏ ਜੀ, ਅੱਲਾਹ ਪਾਕ ਉਹਦੇ ਨਾਲ ਪਿਆਰ ਨਾ ਕਰੇ ਤੇ ਅਸੀਂ ਮੰਨ ਹੀ ਨਹੀਂ ਸਕਦੇ ਸਾਡਾ ਈਮਾਨ। ਭਾਈ ਸਾਹਿਬ ਇਹ ਦੱਸੋ ਕਿ ਮੌਲਾਨਾ ਫਜ਼ਲੁਰ ਰਹਿਮਾਨ ਵੀ ਸ਼ੁਰੂ ਤੋਂ ਹੁਕੂਮਤ ਦਾ ਹਿੱਸਾ ਰਿਹਾ, ਇਹ ਲੋਕ ਵੀ ਆਪਣੇ ਆਪ ਨੂੰ ਜਿਹੜੇ ਸੱਚੇ ਮੁਸਲਮਾਨ ਆਖਦੇ ਰਹੇ ਨੇ। ਇਸਲਾਮੋਫੋਬੀਆ ਦੇ ਉੱਤੇ ਜਿਹੜਾ ਕੰਮ ਇਮਰਾਨ ਖਾਨ ਨੇ ਕੀਤਾ, ਇੱਕ ਦਿਨ ਪਾਸ ਕਰਵਾਇਆ, ਖਤਮੇ ਨਬੂਵਤ ਤੇ ਇੰਟਰਨੈਸ਼ਨਲ ਸਤਹ ਤੇ ਅਕਵਾਮ ਮੁਤਹਿਦਾ 'ਚ ਮਨਵਾਇਆ ਕਿ ਇਹ ਆਪਣਾ ਜਿਹੜਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਤੋਹੀਨ ਜਿਹੜੀ ਹੈ ਇਹ ਕਿਸੇ ਵੀ ਮੁਸਲਮ ਰਿਆਸਤ ਨੂੰ ਜਿਹੜਾ ਗਵਾਰਾ ਨਹੀਂ ਹੈਗੀ। ਇਹ ਕੰਮ ਜਿਹੜੇ ਨੇ ਇਹ ਤੋਂ ਪਹਿਲੇ ਜਿਹੜਾ ਇਸ ਤੋਂ ਪਹਿਲੇ ਜਿਹੜੇ ਹੁਕਮਰਾਨ ਸਨ ਉਹਨਾਂ ਨੇ ਕਿਉਂ ਨਹੀਂ ਕੀਤੇ ਹੈ? ਅਗਰ ਇਹ ਦਾਅਵੇਦਾਰ ਨੇ ਕਿ ਅਸੀਂ ਜੀ ਅਸੀਂ ਅਲਹਮਦੁਲਿਲਾ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਹਾਂ, ਸਾਡੀ ਖਾਨ ਨਾਲ ਮੁਹੱਬਤ ਦੀ ਵਜ੍ਹਾ ਜਿਹੜੀ ਹੈ ਨਾ ਜੀ ਜੀ, ਉਹ ਸਿਰਫ ਔਰ ਸਿਰਫ ਇੱਕ ਹੀ ਹੈ ਕਿ ਜੇ ਉਹਨੇ ਅੱਲਾ ਦੇ ਇੱਕ ਤੇ ਉਹਨੇ ਪੂਰੀ ਦੁਨੀਆ ਦੇ ਸਾਹਮਣੇ ਇੱਕ ਗੱਲ ਨੂੰ ਦੱਸ ਦਿੱਤਾ ਜੀ ਕਿ ਅਸੀਂ ਲਾ ਇਲਾਹਾ ਇਲੱਲ੍ਲਾਹ ਦੇ ਮੰਨਣ ਵਾਲੇ ਜੀ ਤੇ ਅਸੀਂ ਮਰਦੇ ਦਮ ਤੱਕ ਲੜਾਂਗੇ। ਔਰ ਨੰਬਰ 2 ਉਹਨਾਂ ਨੇ ਇਹ ਵੀ ਦੱਸ ਦਿੱਤਾ ਸੀ ਉਦੋਂ ਵੀ, ਉਸ ਤੋਂ ਬਾਅਦ ਵੀ ਉਹਨੇ ਪੂਰਾ ਅਮਲ ਕਰਾਇਆ ਜੀ। ਉਹਨੇ ਕਿਹਾ ਸੀ ਕਿ ਵੀ ਸਰਕਾਰ ਨੂੰ ਅਸੀਂ ਮੁਸਲਮਾਨ, ਆਮ ਤੋਂ ਆਮ ਮੁਸਲਮਾਨ ਜੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਪਿਆਰ ਕਰਨੇ ਆ। ਬਿਲਕੁਲ, ਜਦੋਂ ਕੋਈ ਸਰਕਾਰ ਦੇ ਬਾਰੇ ਕੋਈ ਗਲਤ ਅਲਫਾਜ਼ ਬੋਲਦਾ ਤਾਂ ਸਾਡੇ ਦਿਲ ਨੂੰ ਤਕਲੀਫ ਹੁੰਦੀ ਹੈ। ਬਿਲਕੁਲ, ਦਿਲ ਨੂੰ ਤਕਲੀਫ ਦਾ ਮਤਲਬ ਹਰ ਪੂਰੀ ਦੁਨੀਆ ਦਾ ਇਨਸਾਨ ਜਾਣਦਾ ਹੈ ਕਿ ਦਿਲ ਨੂੰ ਤਕਲੀਫ ਹੋਵੇ ਤਾਂ ਪੂਰਾ ਜਿਸਮ ਬਰਬਾਦ ਹੋ ਜਾਂਦਾ ਜੀ। ਕੋਈ ਸ਼ੱਕ ਨਹੀਂ। ਇਹ ਗੱਲ ਇਹ ਕਿ ਜੀ ਅੱਲਾਹ ਪਾਕ ਨੇ ਉਹਦੇ ਜ਼ਰੀਏ ਬੜਾ ਅੱਛਾ ਕੰਮ ਲਿਆ ਹੈ ਜੀ। ਜਿਹੜੇ ਉਲਮਾ ਨੇ ਇਹਨਾਂ ਦੇ ਬਾਰੇ ਵੇਖੋ ਨਾ, ਅਸੀਂ ਬੋਲ ਵੀ ਨਹੀਂ ਸਕਦੇ ਕਿਉਂਕਿ ਉਲਮਾ ਦੇ ਖਿਲਾਫ ਬੋਲਣਾ ਨਹੀਂ ਚਾਹੀਦਾ ਜੀ। ਇਸੇ ਤਰ੍ਹਾਂ ਲੇਕਿਨ ਜਿਹੜੇ ਸਾਡੇ ਉਲਮਾ ਵਕਤੀ ਤੌਰ ਤੇ ਜਾ ਰਹੇ ਨੇ ਨਾ ਜੀ, ਇਹ ਉਲਮਾ ਦੀ ਤੁਸੀਂ ਹਿਸਟਰੀ ਪੜ੍ਹ ਲਓ। ਇਹ ਅਸੀਂ ਸੁਣਿਆ ਸੀ ਪਹਿਲੇ ਜੀ ਕਿ ਯਜ਼ੀਦ ਦੇ ਦੌਰ ਦੇ ਵਿੱਚ ਉਲਮਾ ਨੇ ਸਾਥ ਦਿੱਤਾ ਸੀ ਯਜ਼ੀਦ ਦਾ ਜੀ। ਅੱਜ ਅਸੀਂ ਹਕੀਕਤ ਦੇ ਵਿੱਚ ਵੇਖ ਰਹੇ ਹਾਂ ਕਿ ਉਲਮਾ ਕਿਹੜੀ ਸਾਈਡ ਤੇ ਨੇ। ਤੁਸੀਂ ਅੰਦਾਜ਼ਾ ਲਾ ਲਓ ਕਿ ਉਲਮਾ ਦੇ ਵਿੱਚੋਂ ਤੁਸੀਂ ਹੁਣ ਤੱਕ ਵੇਖ ਲਓ ਕਿਸੇ ਉਲਮਾ ਨੇ ਹਾਲੇ ਤੱਕ ਮਿਫਤਾ ਇਸਮਾਈਲ ਨੂੰ ਫਿਟੇ ਮੂੰਹ ਤੱਕ ਨਹੀਂ ਕਿਹਾ ਕਿ ਤੂੰ ਤੋਹੀਨ ਕਰਕੇ ਆਇਆ। ਇਸੇ ਤਰ੍ਹਾਂ ਤੇ ਫਿਰ ਯਜ਼ੀਦੀਅਤ ਦਾ ਹੀ ਦੌਰ ਹੋਇਆ ਨਾ, ਫਿਰ ਸਾਹਮਣੇ ਆ ਗਿਆ ਨਾ ਕਿ ਵੀ ਯਜ਼ੀਦ ਦੇ ਦੌਰ ਵਿੱਚ ਵਾਕਈ ਉਲਮਾ ਹੈਗੇ ਸਨ। ਇਸੇ ਤਰ੍ਹਾਂ ਇਹ ਅਸੀਂ ਕਈ ਬਾਜ਼ ਵਿੱਚ ਤੁਹਾਨੂੰ ਪਤਾ ਹੈ ਮਸਲਕ ਬੇਸ ਤੇ ਕਈ ਲੋਕ ਆਉਂਦੇ ਨੇ ਨਹੀਂ ਜੀ ਇੰਜ ਨਹੀਂ ਸੀ ਜੀ। ਇਸੇ ਤਰ੍ਹਾਂ ਅੱਛਾ ਸਾਹਿਬ ਇਹ ਤੁਹਾਡਾ ਇੰਟਰਵਿਊ ਲਿਆ ਜਾ ਰਿਹਾ, ਉਹ ਚਲਾਉਣਾ ਵੀ। ਅੱਛਾ, ਅਗਲਾ ਸਵਾਲ ਇਹ ਭਾਈ ਸਾਹਿਬ ਕਿ ਇਮਰਾਨ ਖਾਨ ਨੇ ਵਸੀਅਤ ਕਰ ਦਿੱਤੀ ਹੈ ਕਿ ਜਿਹੜੀ ਬਨੀ ਗਾਲਾ ਦੀ 200 ਕਨਾਲ ਜਗ੍ਹਾ ਹੈ ਉਹ ਮੇਰੀ ਵਫਾਤ ਤੋਂ ਬਾਅਦ ਸ਼ੌਕਤ ਖਾਨਮ ਨੂੰ ਡੋਨੇਟ ਕਰ ਦਿੱਤੀ ਜਾਵੇ। ਅੱਜ ਵੀ ਨਹੀਂ ਵਸੀਅਤ ਹੈ, ਅੱਜ ਤਾਂ ਉਹਨੇ ਤੁਹਾਨੂੰ ਨੰਗੀ ਕਰਕੇ ਕੀਤੀ ਹੈ। ਇਹ ਜਿਸ ਦਿਨ ਸ਼ੌਕਤ ਖਾਨਮ ਹਸਪੀਟਲ ਬਣਿਆ ਨਾ ਜੀ ਜੀ, ਇਹ ਬਕਾਇਦਾ ਉੱਥੇ ਲੱਗੀ। ਬਿਲਕੁਲ ਠੀਕ ਹੈ। ਇਮਰਾਨ ਖਾਨ ਨੇ ਪਹਿਲੇ ਦਿਨ ਤੋਂ ਆਖਿਆ ਕਿ ਮੇਰੇ ਮਰਨ ਪਾਕਿਸਤਾਨ ਦੇ ਵਿੱਚ ਸਿਰਫ 2 ਲੋਕ ਹੋਏ ਨੇ ਭਾਈ ਮਨੀਰ ਜੀ ਜੀ, ਇੱਕ ਤਾਰਿਕ ਅਜ਼ੀਜ਼ ਜੀ ਜੀ ਰਹਿਮਤੁल्लाह, ਅੱਲਾਹ ਪਾਕ ਜਨਤਾ ਘਰ ਦੇਵੇ ਉਹਨਾਂ ਨੂੰ। ਉਹਨਾਂ ਨੇ ਆਖਿਆ ਸੀ ਕਿ ਜੀ ਮੇਰੀ ਸਾਰੀ ਜਾਇਦਾਦ ਵਕਫ ਹੈ ਪਾਕਿਸਤਾਨ ਵਾਸਤੇ ਜੀ। ਔਰ ਦੂਸਰਾ ਬੰਦਾ ਇਮਰਾਨ ਖਾਨ ਹੈ ਜਿਨਨੇ ਇਸ ਮੁਲਕ ਦੇ ਵਿੱਚ ਆਪਣੀ ਟੋਟਲ ਜਾਇਦਾਦ
ਜੀ ਜੀ ਤੇ ਸ਼ੌਕਤ ਖਾਨਮ ਟਰਸਟ ਦੇ ਨਾਮ ਕੀਤੀ ਜੀ। ਆਪਣੇ ਪਲਾਟ ਵੀ ਜਿਹੜੇ ਬੰਦੇ ਦੇ ਮਿਲੇ ਸਾਰੀ ਸ਼ਾਇ ਬਿਲਕੁਲ ਠੀਕ ਹੈ। ਅੱਛਾ ਆਈ ਸਾਹਿਬ ਇਹ ਦੱਸੋ ਕਿ ਤੁਸੀਂ ਕੀ ਵੇਖਦੇ ਹੋ ਕਿ ਇਮਰਾਨ ਖਾਨ ਨੇ ਜਿਹੜਾ ਕੰਮ ਇਸ ਕੌਮ ਵਾਸਤੇ ਕਰਨਾ ਸੀ, ਕਿਉਂਕਿ ਰਿਆਸਤ ਮਦੀਨਾ ਕੋਈ ਬਿਲਡਿੰਗ ਤਾਂ ਨਹੀਂ ਹੈ, ਮੌਲਾਨਾ ਤਾਰਿਕ ਜਮੀਲ ਨੇ ਵੀ ਫਰਮਾਇਆ ਕਿ ਕੋਈ ਬਿਲਡਿੰਗ ਤਾਂ ਨਹੀਂ ਹੈ, ਉਹਨਾਂ ਸ਼ਊਰ ਦੇਣਾ ਸੀ, ਉਹਨਾਂ ਆਪਣਾ ਕੰਮ ਕਰ ਦਿੱਤਾ। ਹੁਣ ਆਵਾਮ ਦਾ ਕੰਮ ਹੈ ईमानदारी विखाउण और आपो अपनी जिम्मेदारी अदा करन ते बेहतरीन रियासत बन सकदी है। जे कायदे आज़म दे दौर दे विच वेखो ना अल्लामा इकबाल सी कायदे आज़म सन जी, उन्होंने को बिल्डिंग तो नहीं ना बनाई, वेखो 40 तो 50 साल तक वो दो करके कौम नू जगाया जी। इसे तरह ते अखीर कौम जागी ते अल्लाह पाक ने उन्हां दे जरिए सानू एक मुल्क दिता जी। असीं 77 साल हो गए ने सुते सा जी ਤੇ ਸਾਨੂੰ ਇਮਰਾਨ ਖਾਨ ਨੇ ਜਗਾਇਆ। ਤੁਸੀਂ ਮਨੀਰ ਭਾਈ ਚੈੱਕ ਕਰ ਲਓ ਹਿਸਟਰੀ, ਕਿਸੇ ਵੀ ਬੰਦੇ ਕੋਲੋਂ ਅਮਾਨਨ ਕੁਰਾਨਨ ਪੁੱਛ ਲਓ ਜੀ, ਕਿਆ ਉਸ ਬੰਦੇ ਨੂੰ ਇਮਰਾਨ ਖਾਨ ਦੇ ਦੌਰ ਤੋਂ ਪਹਿਲੇ ਪਤਾ ਸੀ ਸੈਨੇਟ ਦਾ ਇਲੈਕਸ਼ਨ ਕੀ ਹੁੰਦਾ? ਠੀਕ ਹੈ ਨਹੀਂ ਸੀ ਪਤਾ, ਪੂਰੀ ਦੁਨੀਆ ਨੂੰ ਪਤਾ ਲੱਗਾ, ਸਾਨੂੰ ਤਾਂ ਪਤਾ ਹੀ ਨਹੀਂ ਸੀਗਾ। ਅਸੀਂ ਸਿਆਸਤ ਦੇ ਵਿੱਚ ਤਾਂ ਮਨੀਰ ਭਾਈ ਜੀ, ਲੇਕਿਨ ਅਸੀਂ ਹਲਫਨ ਦੱਸਨੇ ਕਿ ਸਾਨੂੰ ਨਹੀਂ ਸੀ ਪਤਾ ਕਿ ਸੈਨੇਟ ਦਾ ਇਲੈਕਸ਼ਨ ਕਿੰਜ ਹੁੰਦਾ ਜੀ। ਇਹ ਅੰਦਰੋਂ ਅੰਦਰ ਆਪੇ ਸੀਟਾਂ ਵੰਡ ਕੇ ਉਹਨੂੰ ਦੇ ਦਿੱਤੀਆਂ, ਦੋ ਉਹਨੂੰ ਦੇ ਦਿੱਤੀਆਂ, 4 ਉਹਨੂੰ ਦੇ ਦਿੱਤੀਆਂ ਕਰ ਦਿੰਦੇ ਜੀ। ਸਾਨੂੰ ਖਾਨ ਦੇ ਦੌਰ ਦੇ ਵਿੱਚ ਪਤਾ ਚੱਲਿਆ ਕਿ ਸੈਨੇਟ ਦਾ ਇਲੈਕਸ਼ਨ ਕੀ ਹੈ, ਅੱਛਾ ਲੋਕਾਂ ਨੂੰ ਕਿੰਜ ਖਰੀਦਿਆ ਜਾਂਦਾ ਜੀ। ਅਗਲਾ ਸਭ ਸਵਾਲ ਇਹ ਕਿ ਮੌਲਾਨਾ ਤਾਰਿਕ ਜਮੀਲ ਸਾਹਿਬ ਪਹਿਲੇ ਦਿਨ ਤੋਂ ਇਮਰਾਨ ਖਾਨ ਸਾਹਿਬ ਦੇ ਨਾਲ ਖੜੇ ਨੇ ਔਰ ਉਹਨਾਂ ਦੇ ਹੱਕ 'ਚ ਉਹਨਾਂ ਦੁਆਵਾਂ ਵੀ ਕੀਤੀਆਂ ਨੇ ਜੀ। ਔਰ ਉਹਨਾਂ ਨੇ ਇੱਕ ਮਤਲਬ ਹੈ ਕਿ ਆਪਣਾ ਮੌਕਫ ਦਿੱਤਾ ਹੈ ਵੀ ਕਾਇਦੇ ਆਜ਼ਮ ਤੋਂ ਬਾਅਦ ਇਹ ਪਾਕਿਸਤਾਨ ਦੇ ਅੰਦਰ ਦੂਸਰਾ ਅਜ਼ੀਮ ਲੀਡਰ ਜਿਹੜਾ ਉਹ ਇਮਰਾਨ ਖਾਨ ਨੂੰ ਮਿਲਿਆ। ਬਿਲਕੁਲ ਉਹਨਾਂ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਉਹਨਾਂ ਦਾ ਬਿਆਨ ਬਿਲਕੁਲ ਸਹੀ ਹੈ ਔਰ ਉਹਨਾਂ ਦਾ ਬਿਆਨ ਦਾ ਨਜ਼ਰੀਆ ਵੀ ਇਹੋ ਹੀ 2 ਲਫ਼ਜ਼ ਹੀ ਨੇ, ਤੁਸੀਂ ਚੈੱਕ ਕਰ ਲਓ ਜੀ। ਈਆਕਾ ਨਅਬੁਦੁ व ईयाका नस्तईन ਤੇ ਰਿਆਸਤ ਮਦੀਨਾ। ਬਿਲਕੁਲ ਠੀਕ ਹੈ, ਕਿਉਂਕਿ ਅੱਜ ਤੋਂ ਪਹਿਲੇ ਸਾਡੇ ਮੁਲਕ ਵਿੱਚ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਕਿ ਰਿਆਸਤ ਮਦੀਨਾ ਦੀ ਤਰਫ ਜਾਵਾਂਗੇ ਅਸੀਂ ਜੀ। ਦੇਖੋ ਨਾ ਰਿਆਸਤ ਮਦੀਨਾ ਦਾ ਇੱਕ ਤਸੱਵਰ ਹੈ, ਬਿਲਕੁਲ ਠੀਕ ਸਟਾਰਟ ਹੈ ਜਦੋਂ ਸਰਕਾਰ ਨੇ ਇੱਕ ਨਾ ਇਸ ਦੁਨੀਆ ਤੇ ਆਏ, ਸਰਕਾਰ ਨੇ ਵੀ ਜਦੋਂ ਸਟਾਰਟ ਕੀਤਾ ਸੀ ਨਾ ਉਦੋਂ ਲੋਕਾਂ ਦਾ ਉੱਥੇ ਕੀ ਹਾਲ ਸੀ? ਠੀਕ ਹੈ ਟਾਈਮ ਲੱਗਾ, ਆਖਰ ਟਾਈਮ ਨਾਲ ਆ ਕੇ ਸਾਰੇ ਕੰਮ ਹੋਏ, ਆਖਰ ਅੱਲਾ ਦੀ ਮਦਦ ਨਾਲ ਕਾਮਯਾਬੀ ਹੋਈ ਜੀ। ਬੇਸ਼ੱਕ ਤੇ ਹੁਣ ਵੇਖੋ ਇਹ ਅੱਲਾ ਦੀ ਮਦਦ ਹੈ ਜੀ। ਅੱਜ ਤੋਂ ਠੀਕ 2 ਮਾਹ ਪਹਿਲੇ ਉਹੀ ਲੋਕ ਸਨ ਜਿਹੜੇ ਖਾਨ ਦੇ ਮੁਖਾਲਿਫ ਸਨ ਜੀ। ਇਸੇ ਤਰ੍ਹਾਂ ਅੱਜ ਤੋਂ 2 ਮਾਹ ਬਾਅਦ ਦਾ ਹੁਣ ਦਾ ਤੁਸੀਂ ਚੈੱਕ ਕਰ ਲਓ ਜੀ, ਕਰੋੜਾਂ ਲੋਕ ਪੋਪੂਲੈਰਿਟੀ ਅੱਲਾਹ ਪਾਕ ਨੇ ਇੰਨੀ ਕੋਲ ਨੂੰ ਦੇ ਦਿੱਤੀ ਹੈ ਕਿ ਇਨਸ਼ਾਅੱਲਾਹ ਤਾਲਾ ਅੱਲਾ ਦੇ ਘਰ ਬੜੀ ਉਮੀਦ ਹੈ ਅੱਲਾਹ ਪਾਕ ਸਾਡੇ ਮੁਲਕ ਲਈ ਬੜਾ ਅੱਛਾ ਕਰਨਗੇ ਜੀ ਇਨਸ਼ਾਅੱਲਾ। ਅੱਛਾ ਇਹ ਸਭ ਇਹ ਆਖਰ ਤੇ ਤੁਸੀਂ ਇਲਾਕੇ ਦੇ ਜਿਹੜੇ ਲੋਕ ਨੇ, ਸਾਡੇ ਇਲਾਕੇ ਦੀ ਸਿਆਸਤ ਤੋਂ ਵੀ ਤੁਸੀਂ ਵਾਕਿਫ ਹੋ, ਇਲਾਕੇ ਦੇ ਲੋਕਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ? ਇਲਾਕੇ ਦੇ ਲੋਕਾਂ ਨੂੰ ਪੈਗਾਮ ਇਹ ਦੇਣਾ ਚਾਹਾਂਗਾ ਕਿ ਅਸੀਂ ਗਰੋਬੰਦੀ ਤੋਂ ਬਚੀਏ ਜੀ। ਤੇ ਸਾਰੇ ਲੋਕ ਵੇਖੋ ਨਾ ਹੁਣ ਸਾਡੇ ਕੋਲ ਇਸ ਟਾਈਮ MNA ਦੇ ਵੀ 2-3 ਉਮੀਦਵਾਰ ਬਣੇ ਪਏ ਨੇ ਜੀ, ਤੇ MPA ਦੇ ਵੀ ਕੋਈ 7-8 ਬਣੇ ਪਏ ਨੇ ਥੱਲੇ ਜੀ। ਤੇ ਜਿਹਨੂੰ ਟਿਕਟ ਮਿਲ ਜਾਂਦੀ ਹੈ, ਤੁਸੀਂ ਮੀਆਂ ਸਾਹਿਬ ਦੀ ਵੀ ਵੇਖੋ ਹਿਸਟਰੀ ਵੇਖੀ ਹੈ, ਮੀਆਂ ਸਾਹਿਬ ਨੂੰ ਲਾਸਟ ਟਾਈਮ ਟਿਕਟ ਮਿਲ ਗਈ ਜੀ ਤੇ ਮੰਡਾ ਸਾਹਿਬ ਨੂੰ ਮਿਲ ਗਈ, ਮੀਆਂ ਸਾਹਿਬ PTI ਛੱਡ ਕੇ ਨੂਨ ਲੀਗਲ ਚਲੇ ਗਏ ਜੀ। ਇਸ ਦਫਾ ਇਹ ਕੰਮ ਨਹੀਂ ਹੋਣਾ ਚਾਹੀਦਾ ਕਿ ਵੀ ਚਲੋ ਜਿਹਨੂੰ ਟਿਕਟ ਮਿਲ ਜਾਏ ਉਹਦੇ ਨਾਲ ਖੜਾ ਹੋਣਾ ਚਾਹੀਦਾ, ਸਟੈਂਡ ਲੈਣਾ ਚਾਹੀਦਾ ਜੀ। ਜਿਹਨੂੰ ਟਿਕਟ ਨਾ ਮਿਲੇ ਉਹਨੂੰ ਚਾਹੀਦਾ ਕਿ ਉਹ ਵੇਖੋ ਨਾ ਸਾਨੂੰ ਤੇ ਇਮਰਾਨ ਖਾਨ ਨਾਲ ਮੁਹੱਬਤ, ਇਮਰਾਨ ਖਾਨ ਨੂੰ ਸਪੋਰਟ ਕਰੇ ਜਿਹਨੂੰ ਟਿਕਟ ਨਹੀਂ ਵੀ ਮਿਲਦੀ। ਹਾਂਜੀ ਟਿਕਟ ਨਹੀਂ ਵੀ ਮਿਲਦੀ। ਚੌਧਰੀ ਫਰਖ ਸਾਹਿਬ ਨੇ ਉਹਨਾਂ ਨੇ ਬੜਾ ਅੱਛਾ ਕੱਲ ਪਰਸੋਂ ਬਿਆਨ ਦਿੱਤਾ ਜੀ ਕਿ ਜੀ ਟਿਕਟ ਮਿਲੇ ਜਾਂ ਨਾ ਮਿਲੇ ਜੀ ਮੈਂ ਖਾਨ ਦੇ ਨਾਲ। ਤੇ ਅੱਜ ਸਾਹਿਬ ਤੁਹਾਡਾ ਕੀ ਮੌਕਫ ਹੈ ਬਲਦੀਆਤੀ ਇਲੈਕਸ਼ਨ 'ਚ ਅਗਰ ਟਿਕਟ ਤੁਹਾਨੂੰ ਨਹੀਂ ਮਿਲਦੀ? ਬਲਦੀਆਤੀ ਇਲੈਕਸ਼ਨ ਦੇ ਵਿੱਚ ਵੇਖੋ ਜਦੋਂ ਵੀ ਅੱਗੇ ਚਲਾ ਗਿਆ ਲੇਕਿਨ ਤੁਸੀਂ ਆਪਣਾ ਜ਼ਰਾ ਨਜ਼ਰੀਆ ਕਲੀਅਰ ਕਰ ਦਿਓ, ਤੁਸੀਂ ਖਾਨ ਦੇ ਨਾਲ ਹੋ ਫਿਰ ਵੀ। ਸਾਨੂੰ ਟਿਕਟ ਮਿਲੇ ਜਾਂ ਨਾ ਮਿਲੇ ਜੀ ਅਸੀਂ ਖਾਨ ਦੇ ਨਾਲ ਜ਼ਿੰਦਾਬਾਦ ਜਜ਼ਾਕੱਲਾ ਜੀ। ਅਸੀਂ ਸਟਾਰਟ ਤੋਂ ਹੀ ਖਾਨ ਨਾਲ ਸਾਂ ਤੇ 4 ਸਾਲ ਪਹਿਲੇ ਵੀ ਹੁਣ ਵੀ। ਇਹ ਵੀ ਦੱਸ ਦਿਓ ਕਿ ਤੁਹਾਡੀ ਖਾਨ ਨਾਲ ਮੁਹੱਬਤ ਨੂੰ ਕਿਤਨੇ ਕੁ ਸਾਲ ਕਿਤਨਾ ਅਰਸਾ ਗੁਜ਼ਰ ਗਿਆ ਹੈ? ਇਕਤਦਾਰ ਮੁਹੱਬਤ ਨੂੰ ਵਜ਼ੀਰ ਆਜ਼ਮ ਜੀ 16 ਸਾਲ ਹੋ ਗਏ ਨੇ। 2006 ਦੇ ਵਿੱਚ ਪਹਿਲੀ ਦਫਾ ਇੰਗਲੈਂਡ ਵਿੱਚ ਬੈਠ ਕੇ ਲੈਸਟਰ ਦੇ ਵਿੱਚੋਂ ਡੋਨੇਸ਼ਨ ਕੀਤੀ ਸੀ ਬਿਲਕੁਲ ਠੀਕ ਹੈ ਖਾਨ ਨੂੰ, PTI ਨੂੰ ਜੀ। ਔਰ ਉਦੋਂ ਬਾਅਦ ਤੋਂ ਲੈ ਕੇ ਹੁਣ ਤੱਕ ਖਾਨ ਨੂੰ ਡੋਨੇਸ਼ਨ ਦੇਈ ਦੀ ਬੜੀ ਗੱਲ ਪਾਰਟੀ ਨੂੰ। ਅੱਲਾਹ ਕਬੂਲ ਫਰਮਾਏ ਜੀ। ਅੱਲਾਹ ਪਾਕ ਉਹਨੂੰ ਦੇਖੋ ਨਾ ਮਨੀਰ ਭਾਈ ਜਦੋਂ ਸਾਹਮਣੇ ਬੁਰਜ ਬੈਠੇ ਹੋਣ ਨਾ ਉਹਨਾਂ ਨੂੰ ਟਾਹਣ ਵਾਸਤੇ ਸਾਹਮਣੇ ਖਾਲੀ ਕੰਧੇ ਨਹੀਂ ਚੱਲਦੇ ਜੀ। ਇਸੇ ਤਰ੍ਹਾਂ ਇਸਦਾ ਸਮਾਨ ਮੁਹੱਈਆ ਕੀਤਾ ਜਾਏ ਤੇ ਜੰਗਾਂ ਹੁੰਦੀਆਂ ਨੇ ਜੀ। ਇਸੇ ਤਰ੍ਹਾਂ ਤੇ ਖਾਨ ਦੇ ਕੋਲ ਤੇ ਤੁਹਾਡੇ ਸਾਹਮਣੇ ਹੀ ਕੀ ਹੈਗਾ ਸੀ, ਉਹਨੇ ਜਿਹੜਾ 2 ਦੋਸਤ ਨਾਰ ਲਾਏ ਸਨ ਉਹ ਵੀ ਨੰਗੇ ਹੋ ਗਏ ਜੀ। ਇਸੇ ਤਰ੍ਹਾਂ ਉਹ ਵੀ ਸਾਰੇ ਆਪਣੇ ਬੈਨੀਫਿਟ ਵਾਸਤੇ ਲੱਗੇ ਸਨ। ਜੰਗੀਰ ਤਰੀਨ ਦੇਖ ਲਓ, ਅਲੀਮ ਖਾਨ ਵੇਖ ਲਓ,
जी और इंशाअल्लाह ताला इस इलेक्शन ਦੇ ਵਿੱਚ ਦੁਨੀਆ ਸਾਰੀ ਦੇਖ ਲੈਗੀ। अच्छा ये आखिरी एक सवाल आई साहब रह गया, ਤੁਸੀਂ ਚूंकि खुद भी ओवरसीज़ हो ਤੇ ਜ਼ਿੰਦਗੀ ਤੁਹਾਡੀ ਜਿਹੜਾ ਬਰੂਨੇ ਮੁਮਾਲਕ ਗੁਜ਼ਰੀ ਹੈ ਤੇ ਓਵਰਸੀਜ਼ ਜਿਹੜੇ ਨੇ ਉਹਨਾਂ ਦੇ ਮਤਲਬ ਅਗਰ ਉਹ 90 ਲੱਖ ਨੇ ਤੇ ਮੈਂ ਸਮਝਦਾ ਕੋਈ 65-70 ਲੱਖ ਜਿਹੜਾ ਨਾ ਉਹ ਜਾਂ 80 ਲੱਖ ਤਕਰੀਬਨ ਜਿਹੜਾ ਉਹ ਇਮਰਾਨ ਖਾਨ ਦੇ ਨਾਲ ਨੇ। 90% ਓਵਰਸੀਜ਼ 90% ਕਿਉਂ ਨਾਲ ਨੇ ਇਮਰਾਨ ਖਾਨ ਦੇ? ਬਾਕੀ ਵੀ ਤਾਂ ਉਹਦੀ ਵਜ੍ਹਾ ਕੀ ਵਜ੍ਹਾ ਹੈ? ਵੀਰ ਭਾਈ ਅਸੀਂ ਉੱਥੇ ਦੌਰ ਵੇਖ ਕੇ ਆਏ ਹਾਂ ਜੀ, ਸਾਰੀ ਪਾਕਿਸਤਾਨ ਦੀ ਕੋਈ ਪਹਿਚਾਨ ਨਹੀਂ ਸੀ ਜੀ। ਲੋਕ ਜਿਹੜੇ ਬਾਹਰ ਹੀ ਨੇ ਦੋਸਤ ਉਹਨਾਂ ਨੂੰ ਤੁਸੀਂ ਜਿਹਨੂੰ ਮਰਜ਼ੀ ਪੁੱਛ ਸਕਦੇ ਹੋ ਜੀ। ਜਾਂ ਮੁਸ਼ਰਫ ਦੇ ਦੌਰ ਇਹ ਲੋਕਾਂ ਨੂੰ ਪਤਾ ਚੱਲਿਆ ਕਿ ਵੀ ਪਾਕਿਸਤਾਨ ਹੈ ਦੁਨੀਆ ਤੇ ਜੀ, ਜਾਂ ਖਾਨ ਦੇ ਦੌਰ ਦੇ ਵਿੱਚ ਲੋਕਾਂ ਨੂੰ ਪਤਾ ਚੱਲਿਆ ਕਿ ਬਈ ਪਾਕਿਸਤਾਨ ਹੈ ਦੁਨੀਆ ਤੇ। ਬਿਲਕੁਲ ਠੀਕ ਹੈ। ਔਰ ਖਾਨ ਨੇ ਆਪਣੇ ਕੰਮ ਕੀਤੇ ਨੇ ਬਿਲਕੁਲ ਠੀਕ। ਬਕਾਇਦਾ ਓਵਰਸੀਜ਼ ਤੁਸੀਂ ਵੇਖਿਆ ਨਹੀਂ ਬਾਦਸ਼ਾਹ ਘਰ ਆਇਆ ਤੇ ਉਹਦੇ ਕੋਲ ਕੋਈ ਸ਼ੈ ਕੋਈ ਮੁਲਕ ਦੀ ਸ਼ੈ ਮੰਗਣ ਦੇ ਬਦਲੇ ਉਹਨੇ ਆਪਣੇ ਮਜ਼ਦੂਰ ਮੰਗੇ ਨੇ ਜਿਹੜੇ ਵਿਚਾਰੇ ਸਾਊਦੀ ਅਰਬ ਦੇ ਤੁਹਾਨੂੰ ਪਤਾ ਤੁਸੀਂ ਰਹਿ ਕੇ ਆਏ ਹੋ ਕੀ ਹਾਲਾਤ ਨੇ। 1500 ਜੇਲ੍ਹਾਂ ਦੇ ਵਿੱਚੋਂ 1500 ਕੈਦੀ ਰਿਹਾ ਕਰਾਇਆ ਜੀ ਖਾਨ ਸਾਹਿਬ ਨੇ। ਕੈਦੀ ਉੱਥੋਂ ਰਿਹਾਈ ਕਰਾਏ ਨੇ, UAE ਤੋਂ ਕਰਾਏ ਨੇ, ਮਲੇਸ਼ੀਆ ਵਿੱਚੋਂ ਕਰਾਏ ਨੇ, ਪੂਰੀ ਦੁਨੀਆ ਤੋਂ ਕਰਾਏ ਨੇ। ਹਾਂਜੀ ਉਹਨੇ ਹਰ ਜਗ੍ਹਾ ਤੇ ਇੱਕੋ ਹੀ ਆਖਿਆ ਕਿ ਯਾਰ ਸਾਡੇ ਵਰਕਰ ਨੇ ਇਹ ਸਾਡਾ ਮੁਲਕ ਦੇ ਸਰਮਾਇਆ ਨੇ। ਵੇਖੋ ਉਹਨੇ ਸੋਚਿਆ ਔਰ ਸਾਡੇ ਅਰਸਤੂ ਸਾਹਿਬ ਅਹਿਸਨ ਇਕਬਾਲ ਸਾਹਿਬ ਦਾ ਬਿਆਨ ਸੀ ਜੀ ਕਿ ਜੀ ਉੱਥੇ ਬੈਠੇ ਨੂੰ ਕੀ ਪਤਾ ਹੋਵੇ ਮੀਆਂ ਵਾਲੇ ਦੇ ਹਾਲਾਤ ਕੀ ਨੇ ਤੇ ਨਵਾਜ਼ ਸ਼ਰੀਫ ਸਾਹਿਬ ਨੂੰ ਮੁਲਕ ਦਾ ਵਜ਼ੀਰ ਆਜ਼ਮ ਬਣਾਉਣ ਨੂੰ ਤਿਆਰ ਨੇ। ਅੱਲਾਹ ਜਿਨ੍ਹਾਂ ਸਾਰੀ ਉਮਰ ਲੰਦਨ ਕੱਢ ਲਈ। ਅੱਲਾਹੁ ਅਕਬਰ। ਬਿਲਕੁਲ ਠੀਕ। ਤੇ ਲੋਕਾਂ ਦੇ ਬਾਰੇ ਉਹਨਾਂ ਦੇ ਖਿਆਲਾਤ ਇਹ ਨੇ ਜਿਨ੍ਹਾਂ ਦੇ ਸਿਰ ਤੇ ਮੁਲਕ ਚੱਲਦਾ ਪਿਆ। ਬਿਲਕੁਲ ਠੀਕ। ਵੇਖੋ ਨਾ ਉਧਰੋਂ ਲੋਕ ਪੈਸਾ ਭੇਜਦੇ ਨੇ ਉਹ ਸਾਡੇ ਮੁਲਕ ਜਾਂ ਸਾਡੇ ਇਲਾਕੇ ਜੀ ਤੁਸੀਂ ਵੇਖ ਲਓ ਜੀ ਇਹ ਸਾਡਾ ਇਲਾਕਾ ਅੱਜ ਤੋਂ 20 ਸਾਲ ਪਹਿਲੇ ਕਿਸ ਤਰ੍ਹਾਂ ਦਾ ਸੀ। ਇੰਜੀ ਸੀ ਅਸੀਂ ਬੈਕਵਰਡ ਇਲਾਕਾ ਸੀ ਜੀ, ਕੋਈ ਸ਼ੱਕ ਨਹੀਂ ਇਹਦੇ। ਇਸ ਟਾਈਮ ਮਾਸ਼ਾਅੱਲਾ ਉਹ ਕੋਠੀਆਂ ਉਹ ਗੱਡੀਆਂ ਡਿਫੈਂਸ ਵਿੱਚ ਨਹੀਂ ਜਿਹੜੀਆਂ ਸਾਡੇ ਸ਼ਰਕਪੁਰ ਵਿੱਚ ਕੋਟ ਮਹਮੂਦ ਅਯਾਪੁਰ ਸਾਰਾ ਸਾਡਾ ਇਲਾਕਾ ਸਾਰਾ ਡਿਵੈਲਪ ਹੋ ਗਿਆ ਜੀ। ਇਸੇ ਤਰ੍ਹਾਂ ਇਹ ਬਾਹਰੋਂ ਹੀ ਪੈਸਾ ਆ ਕੇ ਡਿਵੈਲਪ ਹੋਇਆ ਨਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਲੋਕ ਬਾਹਰ ਸਾਡੇ ਇਲਾਕੇ ਦੇ ਤੁਹਾਨੂੰ ਪਤਾ ਸਾਡਾ ਇਲਾਕਾ ਤੇ ਸਭ ਤੋਂ ਜ਼ਿਆਦਾ ਇਲਾਕਾ ਗਿਆ ਹੈ ਬਾਹਰ। ਜੀ ਬਹੁਤ ਸ਼ੁਕਰੀਆ ਜੀ ਭਾਈ ਸਾਹਿਬ, ਅੱਲਾਹ ਤਾਲਾ ਤੁਹਾਨੂੰ ਮਿਹਰਬਾਨੀ ਤੁਹਾਡੀ, ਬਹੁਤ ਕੀਮਤੀ ਟਾਈਮ ਦਿੱਤਾ, ਬਹੁਤ ਸ਼ੁਕਰੀਆ। ਜਜ਼ਾਕल्लाह। अस्सलाम वालेकुम। वालेकुम।